Hello students, how are you bache? Today is our accounts class again. So let's discuss our topic within few minutes. Let's add the other students also. Seven, eight. 12th question. फिर हम 6B की रजिस्टर करें 6 से स्टार्ट करेंगे किसी और का तो कोई डाउट नहीं है 6A और 6B में हाँ जी बेटा लास्ट क्लास में we were discussing about the topic financial statement part 1. So let's start our topic. Part 2 financial statement. ये टॉपिक बेटा ਆਪਾਂ ਕਰ ਰਹੇ ਸੀਗੇ so this one ਹਾਂਜੀ ਆਪਾਂ ਕੈਪੀਟਲ ਐਕਸਪੈਂਡੀਚਰ ਰੈਵਨਿਊ ਐਕਸਪੈਂਡੀਚਰ ਦੇ ਬਾਰੇ ਚ ਪੜਿਆ ਸੀਗਾ ਸਾਰਾ ਔਰ ਉਸ ਤੋਂ ਅੱਗੇ ਆਪਾਂ ਪੜ੍ਹ ਰਹੇ ਸੀਗੇ ਟ੍ਰੇਡਿੰਗ ਪ੍ਰੋਫਿਟ ਐਂਡ ਲਾਸ ਅਕਾਊਂਟ ਹੁਣ ਵਾਟ ਇਜ਼ ਟ੍ਰੇਡਿੰਗ ਪ੍ਰੋਫਿਟ ਐਂਡ ਲਾਸ ਅਕਾਊਂਟ ਬੇਟਾ ਜਿੰਨਾ ਵੀ ਅੱਜ ਤੱਕ ਮੈਂ ਤੁਹਾਨੂੰ ਇਹਦਾ ਕਰਵਾਇਆ ਜਿਹੜੀ ਬੁੱਕ ਦਾ ਸਭ ਨੂੰ ਕਲੀਅਰ ਹੈ ਜੇ ਕਿਸੇ ਨੂੰ ਕੋਈ ਵੀ ਡਾਊਟ ਹੈਗਾ ਬੱਚੇ ਹੈਂਡ ਰੇਜ਼ ਕਰ ਸਕਦੇ ਹੋ ਤੁਸੀਂ ਤੇ ਪੁੱਛ ਸਕਦੇ ਹੋ ਇਸ ਟੌਪਿਕ ਦੇ ਰਿਲੇਟਡ ਜਿੰਨਾ ਵੀ ਆਪਾਂ ਕੀਤਾ ਹੈ ਹੁਣ ਤੱਕ ਅਗਰ ਕੋਈ ਵੀ ਦਿੱਕਤ ਹੈ ਤੁਹਾਨੂੰ ਯੂ ਕੈਨ ਟੈਲ ਮੀ ਓਕੇ ਨਾਓ ਲੈਟਸ ਸਟਾਰਟ ਆਵਰ ਟੌਪਿਕ ਹਾਂਜੀ ਹੁਣ ਜਿਹੜਾ ਟ੍ਰੇਡਿੰਗ ਪ੍ਰੋਫਿਟ ਐਂਡ ਲਾਸ ਅਕਾਊਂਟ ਹੈ ਬੇਟਾ ਇਹਦੇ ਵਿੱਚ ਕੁਝ ਆਪਾਂ ਇੰਪੋਰਟੈਂਟ ਕੰਸੈਪਟ ਲੈ ਕੇ ਚੱਲਦੇ ਹੁੰਦੇ ਆ ਰੈਲੇਵੈਂਟ ਆਈਟਮਸ ਇਨ ਦਾ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ ਕਿਹੜੀਆਂ ਆਈਟਮਸ ਹੁੰਦੀਆਂ ਨੇ ਉਹ ਆਈਟਮਸ ਹੁੰਦੀਆਂ ਨੇ ਬੱਚੇ ਸਭ ਤੋਂ ਪਹਿਲਾਂ ਹੁੰਦਾ ਹੈ ਓਪਨਿੰਗ ਸਟਾਕ ਸਾਲ ਦੇ ਸ਼ੁਰੂ ਦੇ ਵਿੱਚ ਸਾਡੇ ਕੋਲ ਕਿੰਨਾ ਸੀਗਾ ਜਿਹੜਾ ਮਟੀਰੀਅਲ ਪਿਆ ਸੀਗਾ ਸੈਕੰਡਲੀ ਪਰਚੇਜ਼ ਲੈਸ ਰਿਟਰਨ ਕਿੰਨੀ ਤੁਸੀਂ ਪਰਚੇਜ਼ ਕੀਤਾ ਹੋਇਆ ਮਟੀਰੀਅਲ ਠੀਕ ਹੈ ਤੇ ਉਹ ਸਾਰਾ ਲੈਣਾ ਹੈ ਗੁੱਡਸ ਵਿਚ ਹੈਵ ਬੀਨ ਬੌਟ ਫॉर ਰੀਸੇਲ ਅਪੀਅਰ ਐਜ਼ ਪਰਚੇਜ਼ ਔਨ ਡੈਬਿਟ ਸਾਈਡ ਆਫ ਟ੍ਰੇਡਿੰਗ ਅਕਾਊਂਟ ਠੀਕ ਹੈ ਜਿਹੜੀਆਂ ਗੁੱਡਸ ਆਪਾਂ ਸੇਲ ਕਰਨੀਆਂ ਹੁੰਦੀਆਂ ਵੇਜਿਸ ਕੀ ਹੁੰਦੇ ਆ ਬੱਚੇ ਵੇਜਿਸ ਜੋ ਆਪਾਂ ਨੇ ਕੰਪਨੀ ਦੇ ਵਿੱਚ ਆਪਣਾ ਸਮਾਨ ਨੂੰ ਲੋਡਿੰਗ ਅਨਲੋਡਿੰਗ ਕਰਨ ਦੇ ਲਈ ਮਜ਼ਦੂਰਾਂ ਨੂੰ ਖਰਚਾ ਦਿੱਤਾ ਉਹ ਸਾਰਾ ਆਪਣਾ ਕੀ ਆਏਗਾ ਵੇਜਿਸ ਦੇ ਵਿੱਚ ਕੈਰੀਜ਼ ਇਨਵਰਡ ਵਾਟ ਡੂ ਯੂ ਮੀਨ ਬਾਈ ਕੈਰੀਜ਼ ਇਨਵਰਡ ਜਾਂ ਫਰੇਟ ਇਨਵਰਡ ਬੋਲਦੇ ਹੁੰਦੇ ਆ ਬੱਚੇ ਮੰਨ ਲਓ ਆਪਾਂ ਸਮਾਨ ਲੈ ਕੇ ਆਏ ਠੀਕ ਹੈ ਮੰਨ ਲਓ ਲੱਕੜੀ ਦਾ ਬਿਜ਼ਨਸ ਹੈ ਕਿਸੇ ਪਰਸਨ ਦਾ ਠੀਕ ਹੈ ਉਹਨੇ ਜਿਹੜੀ ਰॉ ਜਿਹੜੀ ਵੁੱਡ ਹੈ ਉਹ ਜੰਗਲਾਂ ਤੋਂ ਆਪਣੀ ਫੈਕਟਰੀ ਤੱਕ ਲੈ ਕੇ ਆਉਂਦੀ ਹੈ ਜਿੱਥੇ ਉਹ ਕੱਟੇ ਗਏ ਸੀਗੇ ਦਰਖਤ ਉੱਥੋਂ ਤੋਂ ਇੱਥੇ ਤੱਕ ਲੈ ਕੇ ਆਉਣ ਦੇ ਲਈ ਉੱਥੋਂ ਤੋਂ ਇਹਨੂੰ ਇੱਥੇ ਤੱਕ ਲੈ ਕੇ ਆਉਣ ਲਈ ਕੀ ਹੁੰਦਾ ਬੱਚੇ ਆਪਾਂ ਐਡ ਕਰਾਂਗੇ ਇਸ ਚੀਜ਼ ਨੂੰ ਠੀਕ ਹੈ
ਇਹਨੂੰ ਕੈਰੇਜ ਇਨਵਰਡ ਲਵਾਂਗੇ ਕਿਉਂਕਿ ਉਹ ਢੋਆ ਢੁਆਈ ਪਹਿਲਾਂ ਉੱਥੋਂ ਤੋਂ ਆਪਣੇ ਮੰਨ ਲਓ ਟਰੱਕਾਂ ਦੇ ਵਿੱਚ ਲੋਡ ਕੀਤਾ ਗਈ ਲੱਕੜੀ ਹੈ ਜਿਹੜੀ ਫਿਰ ਇੱਥੇ ਆ ਕੇ ਜਿੱਥੇ ਫੈਕਟਰੀ ਹੈ ਉੱਥੇ ਅਨਲੋਡ ਕੀਤਾ ਗਿਆ ਸਾਰਾ ਕੁਝ ਸੋ ਦੈਟ ਇਜ਼ ਕਾਲਡ ਕੈਰੇਜ ਇਨਵਰਡ ਠੀਕ ਹੈ। ਨੈਕਸਟ ਫਿਊਲ ਵਾਟਰ ਗੈਸ ਫਿਊਲ ਵਾਟਰ ਜਿਹੜੀ ਗੈਸ ਦੇ ਖਰਚੇ ਨੇ ਉਹ ਸਾਰੇ ਡਾਇਰੈਕਟ ਐਕਸਪੈਂਸਿਸ ਨੇ ਬੇਟਾ ਮੋਸਟਲੀ ਆਪਾਂ ਬੇਸਿਕਲੀ ਇੱਥੇ ਡਾਇਰੈਕਟ ਐਕਸਪੈਂਸਿਸ ਦੀ ਗੱਲ ਕਰ ਰਹੇ ਹਾਂ ਜਿਹੜੇ ਇੱਕ ਬਿਜ਼ਨਸ ਨੂੰ ਚਲਾਉਣ ਦੇ ਲਈ ਬਿਲਕੁਲ ਮੇਨ ਐਕਸਪੈਂਸਿਸ ਹੁੰਦੇ ਆ ਫਿਊਲ ਵਾਟਰ ਪਾਵਰ ਗੈਸ ਇਹ ਡਾਇਰੈਕਟ ਐਕਸਪੈਂਸਿਸ ਚ ਆਉਂਦੇ ਨੇ। ਪੈਕਿੰਗ ਮਟੀਰੀਅਲ and packing charges cost of packaging material used in the product are direct expenses as it refer to small container which form part of goods sold ਜਿਹਦੇ ਨਾਲ goods ਆਪਾਂ ਕੀ ਕਰਦੇ ਆ ਸੇਲ ਕਰਦੇ ਆ ਬਾਅਦ ਚ ਠੀਕ ਹੈ। ਤੇ ਇਸ ਤੋਂ ਬਾਅਦ ਹੁੰਦਾ ਰਾਜੇ ਆਪਣੇ ਕੋਲੇ ਉਸ ਤੋਂ ਬਾਅਦ ਹੈਗਾ ਆਪਣੇ ਕੋਲੇ ਸੈਲਰੀਜ਼ ਅਗਰ ਸੈਲਰੀਜ਼ ਦੇ ਰਹੇ ਹਾਂ ਆਪਾਂ ਤਾਂ ਵੀ ਤੇ ਹੁਣ ਸਾਰੇ ਬੇਟਾ ਇਸ ਤੋਂ ਬਾਅਦ ਵਾਲੇ ਜਿਹੜੇ ਪੈਕੇਜਿੰਗ ਫਸਟ 5 ਸੀਗੇ ਜਿਹੜੇ ਡਾਇਰੈਕਟ ਐਕਸਪੈਂਸਿਸ ਸੀਗੇ ਹੁਣ ਨੈਕਸਟ ਵਾਲੇ ਜਿੰਨੇ ਵੀ ਐਕਸਪੈਂਸਿਸ ਨੇ ਬੇਟਾ ਉਹ ਸਾਰੇ ਕੀ ਨੇ ਇਨਡਾਇਰੈਕਟ ਐਕਸਪੈਂਸਿਸ ਨੇ ਠੀਕ ਹੈ। ਇਨਡਾਇਰੈਕਟ ਐਕਸਪੈਂਸਿਸ ਦਾ ਕੀ ਮਤਲਬ ਹੁੰਦਾ ਹੈ ਜਿਹੜੇ ਡਾਇਰੈਕਟਲੀ ਨਹੀਂ ਕਰਦੇ ਆਪਾਂ ਹੁਣ ਆਹ ਸਾਰੇ ਇਨਡਾਇਰੈਕਟ ਨੇ ਠੀਕ ਹੈ। ਰੈਂਟ ਸੈਲਰੀਜ਼ ਕਮਿਸ਼ਨ ਹੋ ਗਿਆ ਬੱਚੇ ਕਮਿਸ਼ਨ ਹੋ ਗਿਆ ਰਿਪੇਅਰ ਹੋ ਗਈ ਮਿਸਲੇਨੀ ਐਕਸਪੈਂਸਿਸ ਹੋ ਗਏ ਇਹ ਸਾਰੇ ਕੀ ਨੇ ਇਨਡਾਇਰੈਕਟ ਐਕਸਪੈਂਸਿਸ ਨੇ ਠੀਕ ਹੈ। ਹੁਣ ਸਭ ਤੋਂ ਪਹਿਲਾਂ ਬੇਟਾ ਆਪਾਂ ਸਿੱਖਦੇ ਹਾਂ ਕਿ ਟ੍ਰੇਡਿੰਗ ਅਕਾਊਂਟ ਆ ਉਹ ਕਿਵੇਂ ਬਣਦਾ ਹੁੰਦਾ ਹੈ ਠੀਕ ਹੈ। ਜਦੋਂ ਬੇਟਾ ਆਪਾਂ ਜਰਨਲ ਐਂਟਰੀਜ਼ ਪਾਉਣੇ ਹੁੰਦੇ ਆ ਕਲੋਜ਼ਿੰਗ ਐਂਟਰੀਜ਼ ਵੀ ਹੁੰਦੀਆਂ ਨੇ ਕਲੋਜ਼ਿੰਗ ਵੀ ਹੁੰਦੀਆਂ ਨੇ ਜਿਹੜੀਆਂ ਐਂਟਰੀਜ਼ ਓਪਨਿੰਗ ਐਂਟਰੀਜ਼ ਹੁੰਦੀਆਂ ਨੇ ਤੇ ਇੱਕ ਕਲੋਜ਼ਿੰਗ ਐਂਟਰੀਜ਼ ਹੁੰਦੀਆਂ ਨੇ ਤਾਂ ਉਹਦੇ ਵਿੱਚ ਆਪਾਂ ਕੀ ਕਰਦੇ ਆ ਇੱਕ ਐਂਟਰੀ ਲੈ ਕੇ ਉਹਦੇ ਵਿੱਚ ਸਾਰੀਆਂ ਐਂਟਰੀਜ਼ ਸ਼ੋ ਕਰ ਦਿੰਦੇ ਆ ਜਿੱਦਾਂ ਕੀ ਲੈ ਲਈ ਦੇਖੋ ਟ੍ਰੇਡਿੰਗ ਅਕਾਊਂਟ ਡੈਬਿਟ ਤਾਂ ਆ ਸਾਰੀਆਂ ਚੀਜ਼ਾਂ ਕੀ ਹੋ ਗਈਆਂ ਕ੍ਰੈਡਿਟ ਠੀਕ ਹੈ। ਟੂ ਓਪਨਿੰਗ ਸਟਾਕ ਪਰਚੇਜ਼ ਵੇਜਸ ਅਕਾਊਂਟ ਕੈਰੀਜ਼ ਇਨਵਰਡ ਐਂਡ ਆਲ ਡਾਇਰੈਕਟ ਐਕਸਪੈਂਸਿਸ ਸਾਰੀਆਂ ਚੀਜ਼ਾਂ ਕੀ ਨੇ ਕ੍ਰੈਡਿਟ ਹੋ ਗਈਆਂ ਸੋ ਇਹ ਆਪਣੀ ਕਲੋਜ਼ਿੰਗ ਐਂਟਰੀ ਬਣ ਜਾਂਦੀ ਹੁੰਦੀ ਹੈ ਇੱਕ। ਨੈਕਸਟ ਇਜ਼ ਦੇਖੋ ਬੇਟਾ ਆ ਆਪਾਂ ਸਾਰੇ ਬਣਾਏ ਹੋਏ ਨੇ ਕਿ ਠੀਕ ਹੈ ਲੈਜ਼ਰ ਕਿਵੇਂ ਬਣਦਾ ਹੈ ਸਾਰਿਆਂ ਦੇ ਲੈਜ਼ਰ ਬਣਦੇ ਨੇ। ਹੁਣ ਲੈਜ਼ਰ ਤੋਂ ਆਪਾਂ ਨੇ ਇਕੱਲੀ ਚੀਜ਼ ਹੈ ਜਿਹੜੀ ਇਹ ਕਿੱਥੇ ਐਡ ਕਰਨੀ ਹੈ ਲਿਜਾ ਕੇ ਟ੍ਰੇਡਿੰਗ ਅਕਾਊਂਟ ਦੇ ਵਿੱਚ ਬੇਟਾ ਆ ਗਿਆ ਆਪਣੇ ਕੋਲ ਟ੍ਰੇਡਿੰਗ ਅਕਾਊਂਟ ਵਟ ਇਜ਼ ਟ੍ਰੇਡਿੰਗ ਅਕਾਊਂਟ ਵਿੱਚ ਉਹ ਅਕਾਊਂਟ ਹੁੰਦਾ ਹੈ ਜਿਹੜਾ ਕੀ ਹੈ ਜਿਸ ਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਐਡ ਕਰਦੇ ਹਾਂ ਆਈਟਮਸ ਨੇ ਜਿਹੜੀਆਂ ਉਹ ਆਪਾਂ ਐਡ ਕਰਦੇ ਹੁੰਦੇ ਆ ਲਾਈਕ ਹਾਂਜੀ ਸਭ ਤੋਂ ਪਹਿਲਾਂ ਠੀਕ ਹੈ ਸਭ ਤੋਂ ਪਹਿਲਾਂ ਆ ਗਿਆ ਬੇਟਾ ਓਪਨਿੰਗ ਸਟਾਕ ਇਹ ਵੀ ਆਪਣਾ ਐਕਸਪੈਂਸ ਹੈ ਦੈਨ ਪਰਚੇਜ਼ ਉਸ ਤੋਂ ਬਾਅਦ ਵੇਜਸ ਇਹ ਸਾਰੇ ਡਾਇਰੈਕਟ ਐਕਸਪੈਂਸਿਸ ਨੇ ਠੀਕ ਹੈ। ਫਿਰ ਕੈਰੀਜ਼ ਇਨਵਰਡ ਫਰੇਟ ਠੀਕ ਹੈ ਇਹ ਸਾਰੇ ਕੀ ਨੇ ਡਾਇਰੈਕਟ ਐਕਸਪੈਂਸਿਸ ਠੀਕ ਹੈ ਜੀ ਡਾਇਰੈਕਟ ਐਕਸਪੈਂਸਿਸ ਸੋ ਇੱਧਰ ਕੱਲੀਆਂ ਕੀ ਆਉਣਗੀਆਂ ਆਪਣੇ ਕੋਲ ਸੇਲਸ ਠੀਕ ਹੈ। ਸੇਲ ਇੱਕ ਚੀਜ਼ ਨੂੰ ਖਰੀਦਣ ਤੋਂ ਲੈ ਕੇ ਉਹਨੂੰ ਸੇਲ ਕਰਨ ਤੱਕ ਜਿਹੜੇ ਵੀ ਖਰਚੇ ਹੋਏ ਨੇ ਉਹ ਆਪਣੇ ਆ ਜਾਂਦੇ ਨੇ ਡਾਇਰੈਕਟ ਐਕਸਪੈਂਸਿਸ ਠੀਕ ਹੈ। ਉਸ ਤੋਂ ਬਾਅਦ ਜਿਹੜੇ ਆਉਂਦੇ ਨੇ ਰਾਜਾ ਆਪਣੇ ਕੋਲ ਹੁਣ ਜਦੋਂ ਆਪਣੀ ਕ੍ਰੈਡਿਟ ਸਾਈਡ ਜ਼ਿਆਦਾ ਹੋਊਗੀ ਮੰਨ ਲਓ ਆ ਕ੍ਰੈਡਿਟ ਸਾਈਡ ਜ਼ਿਆਦਾ ਸੀਗੀ ਤਾਂ ਡੈਬਿਟ ਸਾਈਡ ਜਾ ਕੇ ਆਪਣੇ ਕੋਲ ਕੀ ਨਿਕਲਣਾ ਹੁੰਦਾ ਬੇਟੇ ਗ੍ਰੋਸ ਪ੍ਰੋਫਿਟ ਠੀਕ ਹੈ। ਜੇ ਮੰਨ ਲਓ ਆਪਣੀ ਡੈਬਿਟ ਸਾਈਡ ਜ਼ਿਆਦਾ ਹੋਵੇ ਹੈ ਨਾ ਕਿਸੇ ਵੀ ਤਰੀਕੇ ਤਾਂ ਆਪਣੇ ਕੋਲ ਕ੍ਰੈਡਿਟ ਸਾਈਡ ਕੀ ਨਿਕਲੂਗਾ ਲਾਸ ਠੀਕ ਹੈ। ਠੀਕ ਹੈ ਜੀ ਸੋ ਬੈਲੈਂਸ ਕੈਰੀ ਡਾਊਨ ਇੱਥੇ ਪ੍ਰੋਫਿਟ ਨਿਕਲੂਗਾ ਇਧਰ ਬੈਲੈਂਸ ਕੈਰੀ ਡਾਊਨ ਕੀ ਨਿਕਲੂ ਲਾਸ ਠੀਕ ਹੈ। ਹਾਂਜੀ ਹੁਣ ਇਹਨੂੰ ਗ੍ਰੋਸ ਪ੍ਰੋਫਿਟ ਨੂੰ ਜਦੋਂ ਇਹ ਪਤਾ ਇਕੱਠੇ ਬਣਦੇ ਹੁੰਦੇ ਆ ਬੇਟਾ ਟ੍ਰੇਡਿੰਗ ਪ੍ਰੋਫਿਟ ਐਂਡ ਲਾਸ ਤੋਂ ਪਹਿਲਾਂ ਜੇ ਤਾਂ ਗ੍ਰੋਸ ਪ੍ਰੋਫਿਟ ਆਇਆ ਠੀਕ ਹੈ ਜੇ ਤਾਂ ਗ੍ਰੋਸ ਪ੍ਰੋਫਿਟ ਆਇਆ ਤਾਂ ਉਹਨੂੰ ਆਪਾਂ ਇੱਥੇ ਬੈਲੈਂਸ ਬਰੋਡ ਡਾਊਨ ਦੇ ਤੌਰ ਤੇ ਨੋਟ ਕਰਾਂਗੇ ਜੇ ਗ੍ਰੋਸ ਲਾਸ ਆਇਆ ਮੰਨ ਲਓ ਹਨਾ ਤਾਂ ਉਹਨੂੰ ਆਪਾਂ ਕੀ ਕਰਾਂਗੇ ਉਹ ਵੀ ਲਾਸ ਹੈ ਜਿਹੜਾ ਉਹ ਆਪਣਾ ਕ੍ਰੈਡਿਟ ਸਾਈਡ ਸ਼ੋ ਹੋਊਗਾ ਠੀਕ ਹੈ ਜੀ। ਸੋ ਇਹ ਸਾਰੇ ਜਿਹੜੇ ਹੈਗੇ ਨੇ ਆਪਣੇ ਇਨਡਾਇਰੈਕਟ ਐਕਸਪੈਂਸਿਸ ਨੇ ਇਸ ਤੋਂ ਬਾਅਦ ਵਾਲੇ ਜਿਹੜੇ ਪ੍ਰੋਫਿਟ ਐਂਡ ਲਾਸ ਨੂੰ ਇਨਡਾਇਰੈਕਟ ਐਕਸਪੈਂਸਿਸ ਠੀਕ ਹੈ
इनडायरैक्ट एक्सपेंसिस। ठीक है जी, आ सारे इनडायरैक्ट ने बेटा हेठां वाले, सैलरी, रिपेयर, बैड डेट्स एक्सैक्ट्रा। हाँ जी, फिर क्रेडिट साइड की आ सकता है, एक तो ग्रॉस प्रॉफिट जो लास्ट ईयर कमाया ਆਪਾਂ ਉਹਨੂੰ ਅੱਗੇ ਲਿਆਂਦਾ, ਇੱਕ ਲੈ ਕੇ ਆਵਾਂਗੇ ਆਪਾਂ इंटरस्ट रिसीव, जे कोई इंटरस्ट ਜਾਂ कोई इनकम रिसीव की है तो वो क्रेडिट साइड शो करांगे है ना जो आप प्रॉफिट एंड लॉस अकाउंट बनावांगे। हुण बेटा जे तो अपनी डेबिट क्रेडिट साइड सारी ज़्यादा होंदी है फिर अपने को डेबिट साइड जाके नैट प्रॉफिट निकलूगा। ठीक है, जे मान लो अपने को डेबिट साइड है जी वो ज़्यादा हैगी है फिर अपने को दूसरी साइड नैट लॉस आऊगा। बेटा इत्थे तक क्लीयर है सबनों? इफ यू हैव एनी डाउट यू कैन रेज योर हैंड। एनी डाउट बच्चे? ओके गुड, ठीक है बेटा। सो ये सी अपना प्रॉफिट एंड इन ट्रेडिंग प्रॉफिट एंड लॉस अकाउंट, ट्रेडिंग एंड प्रॉफिट एंड लॉस अकाउंट। ठीक है बेटा, हुण देखो ਆਪਾਂ ਨੂੰ ਇੱਕ एग्जाम्पल दे रखी है कि तुसी ने एक एग्जाम्पल के थ्रू की करना है, देयरफॉर नैट प्रॉफिट जिहड़ा हैगा उन्हां नूं दे रखिया 4500 ਤਾਂ सॉरी एक मिनट आप एक क्वेश्चन आ करते हैं इलस्ट्रेशन 1 देखो थोड़ी समझ आएगी बिल्कुल। ठीक है जी, तो देखो हुण अपन की लिखे बच्चे प्रिपेयर ट्रेडिंग एंड ट्रेडिंग अकाउंट फ्रॉम द फॉलोइंग particular for the year ended 2017। अपने ईयर एंडेड जरूर देखना हमेशा कि किहड़े ईयर की गल हो रही है। ओपनिंग स्टॉक, परचेज, सेल्स एंड वेजेस, ये सारिया चीज़ां दित्तियां होईयां ने। तो इहदा मतलब की है ये ट्रेडिंग अकाउंट दी आइटम्स ने सारियां किहदियां ट्रेडिंग अकाउंट दियां। ठीक है, ਆਪਾਂ डेबिट साइड सारे एक्सपेंसिस ते लॉसिस लवांगे, क्रेडिट साइड की लवांगे गेन्स। ठीक है, बट उत्थे आपां सिर्फ बेटा डेबिट ते क्रेडिट ही शो करांगे, इत्थे लिखांगे पर्टिकुलर। ठीक है, डेबिट ते क्रेडिट शो करांगे। फर्स्ट है की हैगा बेटा अपने को ओपनिंग स्टॉक गिवन है, लिख दो जी। उस तो बाद कोई परचेज हैगी है, ठीक है, परचेज की अमाउंट लिखण तो पहला ये चेक करना भी कोई रिटर्न तो नहीं हैगी, जे रिटर्न है तो फिर वो लैस की जाऊगी। ठीक है, परचेज, वेजेस, ठीक है जी, एक्सपेंडिचर सारे हो गए। तो एक चीज़ रह गई हुण आपां नूं क्रेडिट साइड की चाहिए, क्रेडिट साइड चाहिए सानूं सेल्स, वो लिखती है अपने क्रेडिट साइड की हैगी अपने कोले सेल 2,70,000 की। ਜਦੋਂ ਆਪਾਂ ਨੇ ਕ੍ਰੈਡਿਟ ਸਾਈਡ ਤੇ ਨੂੰ ਦਾ ਟੋਟਲ ਕੀਤਾ ਤੇ ਡੈਬਿਟ ਸਾਈਡ ਦਾ ਟੋਟਲ ਨਿਕਲ ਕੀਤਾ ਤਾਂ ਸਾਡੇ ਕੋਲ ਜਿਹੜਾ ਹੈਗਾ ਉਹ ਡੈਬਿਟ ਸਾਈਡ ਹੈ ਜਿਹੜੀ ਉਹ ਘਟ ਰਹੀ ਸੀਗੀ, ਯਾਨੀ ਕਿ ਖਰਚੇ ਘਟ ਸੀਗੇ ਆਪਣੇ ਤੇ ਆਪਾਂ ਨੂੰ ਸੇਲ ਕਰਕੇ ਪੈਸਾ ਜਿਹੜਾ ਉਹ ਜ਼ਿਆਦਾ ਮਿਲਿਆ ਤਾਂ ਆਪਣੇ ਕੋਲ ਕੀ ਆ ਗਿਆ ਗ੍ਰੋਸ प्रॉफिट। ठीक है जी, तो इदा जो ग्रॉस प्रॉफिट है वो साडा निकलता होंगे। बेटा क्लीयर है ना? थम्स अप कर दो। थम्स अप कर दो अगर तुहानू समझ आया। ओके ओके ठीक है बेटा गुड। ठीक है, इदा करके आप इनडायरैक्ट जो डायरैक्ट एक्सपेंसिस होंगे बच्चे उन्होंने आप लवांगे ट्रेडिंग प्रॉफिट एंड लॉस अकाउंट जो इनडायरैक्ट होंगे ने वो लवांगे आप डायरैक्ट अकाउंट। सो ये देखो एक क्वेश्चन आप होर करके देखते हैं कि चीज़ों के आते होंगे ने। देखो बेटा अपने को क्वेश्चन गिवन है, ठीक है, प्रिपेयर ट्रेडिंग अकाउंट ऑफ MS कंपनी। देखो बेटा जो अपने आंसर करना है ना तो अपने उत्थे भी मैंशन करना होंगे सारा फॉर्मेट बना के बुक्स ऑफ प्राइम प्रोडक्शन ट्रेडिंग अकाउंट फॉर द ईयर एंडेड ये। ठीक है, वो कंपनी का नाम लिख के ओपनिंग स्टॉक गिवन है बच्चे परचेज रिटर्न परचेजेस रिटर्न इनवर्ड सेल्स रिटर्न आउटवर्ड फैक्ट्री रेंट ये सारा कुछ गिवन है तो वेजेस आ गए अपने को। सोल्यूशन की है देखो सब तो पहला आप सेल्स लिया क्रेडिट साइड तो शुरू कर लिया आप सेल्स सेल्स कलियां ने नहीं सेल तो पहले लिखा हुआ है रिटर्न इनवर्ड। हुण रिटर्न इनवर्ड का की मतलब होएगा बेटा एक चीज़ का ध्यान रखो जो रिटर्न इनवर्ड है ये की कहता है
और ਸਾਡੇ ਕੋਲ ਹੈਗਾ ਬੱਚੇ ਹੁਣ ਕੱਲਾ ਜਿਹੜਾ ਸੇਲਸ ਆ ਉਹ ਕੱਲਾ ਨਹੀਂ ਹੈਗਾ, ਇਹਦੇ ਨਾਲ ਕੀ ਹੈ ਕਿ ਰਿਟਰਨ ਦੋ ਵਾਰੀ ਗੱਲ ਹੋਈ ਹੈ, ਇੱਕ ਰਿਟਰਨ ਇਨਵਰਡ ਹੋ ਰਹੀ ਹੈ 5000 ਦੀ ਤੇ ਇੱਕ ਰਿਟਰਨ ਆਊਟਵਰਡ। ਹੁਣ ਰਿਟਰਨ ਇਨਵਰਡ ਦਾ ਕੀ ਮਤਲਬ ਹੈ ਵੀ ਜਿਹੜਾ ਆਪਾਂ ਸਮਾਨ ਸੇਲ ਕੀਤਾ ਸੀਗਾ ਫੈਕਟਰੀ ਤੋਂ ਉਹ ਵਾਪਸ ਆ ਗਿਆ, ਠੀਕ ਹੈ। ਤਾਂ ਕੀ ਹੋ ਗਿਆ ਇਹ ਕਿ ਜਿਹੜਾ ਸਮਾਨ ਆਪਾਂ ਸੇਲ ਕੀਤਾ ਸੀਗਾ ਉਹ ਵਾਪਸ ਆ ਗਿਆ, ਤਾਂ ਇਹਦਾ ਮਤਲਬ ਕੀ ਹੈ ਕਿ ਇਹ ਸੇਲਸ ਰਿਟਰਨ ਹੈ, ਠੀਕ ਹੈ ਬੇਟਾ। ਤੈਨੂੰ ਆਪਾਂ ਸੇਲ ਰਿਟਰਨ ਦੇ ਤੌਰ ਤੇ ਲਵਾਂਗੇ, ਇਸ ਕਰਕੇ 5000 ਦੀ ਅਮਾਊਂਟ ਹੈ ਜਿਹੜੀ ਉਹ ਸੇਲ ਦੇ ਵਿੱਚ ਲੈਸ ਹੋ ਜੂ। ਸਾਡੇ ਕੋਲ ਕਿੰਨੀ ਅਮਾਊਂਟ ਬਚ ਗਈ 2,95,000, ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਓਪਨਿੰਗ ਸਟਾਕ, ਠੀਕ ਹੈ। ਪਰਚੇਜ਼, ਹੁਣ ਜਿਹੜੀ ਰਿਟਰਨ, ਹੁਣ ਇਹਨਾਂ ਨੂੰ ਬੇਟਾ ਦੋ ਨਾਮਾਂ ਨਾਲ ਦੇ ਰੱਖਿਆ ਹੁੰਦਾ ਹੈ, ਪਰਚੇਜ਼ ਸੇਲ ਰਿਟਰਨ ਵੀ ਲਿਖ ਰੱਖਿਆ ਹੁੰਦਾ ਹੈ, ਰਿਟਰਨ ਇਨਵਰਡ ਆਊਟਵਰਡ ਵੀ। ਹੁਣ ਰਿਟਰਨ ਆਊਟਵਰਡ ਦਾ ਕੀ ਮਤਲਬ ਹੈ ਕਿ ਜਿਹੜੀ ਬਿਜ਼ਨਸ ਦੇ ਵਿੱਚੋਂ ਆਊਟ ਹੋ ਗਈ ਚੀਜ਼, ਬਾਹਰ ਚਲ ਗਈ, ਠੀਕ ਹੈ, ਬਿਜ਼ਨਸ ਦੇ ਵਿੱਚੋਂ ਆਊਟ ਹੋ ਗਈ, ਠੀਕ ਹੈ। ਤਾਂ ਉਹਨੂੰ ਵੀ ਆਪਾਂ ਇੱਥੇ ਕੀ ਕਰਤਾ, ਲੈਸ ਕਰਤਾ, ਤੇ ਆਪਣੇ ਕੋਲ ਨੈਟ ਪਰਚੇਜ਼ ਆ ਗਈ ਇੰਨੀ, ਠੀਕ ਹੈ। ਇੱਧਰ ਨੈਟ ਸੇਲ ਆਈ ਸੀ, ਨੈਟ ਪਰਚੇਜ਼ ਆ ਗਈ। ਫੈਕਟਰੀ ਰੈਂਟ ਵੀ ਡਾਇਰੈਕਟ ਐਕਸਪੈਂਸਿਸ ਹੈ, ਵੇਜਸ ਵੀ ਡਾਇਰੈਕਟ ਐਕਸਪੈਂਸਿਸ ਨੇ। ਤੇ ਅੱਗੇ ਅੱਗੇ ਹੁਣ ਆਪਾਂ ਕੀ ਕਰਾਂਗੇ, ਸੇਲ ਕ੍ਰੈਡਿਟ ਸਾਈਡ ਦਾ ਕ੍ਰੈਡਿਟ ਸਾਈਡ ਦਾ ਟੋਟਲ ਤੇ ਡੈਬਿਟ ਸਾਈਡ ਦਾ ਟੋਟਲ ਜਦੋਂ ਮੈਚ ਕਰਕੇ ਦੇਖਿਆ ਤਾਂ ਡੈਬਿਟ ਸਾਈਡ ਸੀਗੀ ਜਿਹੜੀ ਘਟ ਰਹੀ ਸੀਗੀ, ਕਿੰਨੇ ਨਾਲ ਘਟ ਰਹੀ ਸੀਗੀ 72,000, ਉਹ ਆਪਣਾ ਕੀ ਬਣ ਗਿਆ ਗ੍ਰੋਸ ਪ੍ਰੋਫਿਟ। ਸੋ ਬੇਟਾ ਨੈਕਸਟ ਕੁਐਸਚਨ ਹੈ ਜਿਹੜਾ, ਇਹਨੂੰ ਤੁਸੀਂ ਆਪ ਟਰਾਈ ਕਰੋ, ਆ ਦਿੱਤਾ ਹੋਇਆ ਆਪਣੇ ਸਾਹਮਣੇ ਹੁਣੇ ਇਸੇ ਟਾਈਮ ਕਰਕੇ ਦੇਖੋ ਟਰਾਈ, ਕਿੰਨਾ ਆ ਰਿਹਾ ਇਹਦਾ ਆਂਸਰ। ਏਦਾਂ ਹੀ ਫਾਰਮੈਟ ਬਣੂਗਾ ਤੇ ਤੁਸੀਂ ਕਰ ਸਕਦੇ ਹੋ। चेक करो बेटा आ रही है। उधर ट्राई करके देख रहे हो बेटा, कौन कौन ट्राई करके देख रही है, थम्स अप करो। ओके बेटी बेटा जो थोड़ा क्वेश्चन हो गया तुसी थम्स अप कर सकते हो, फिर आप मैच करांगे। बहुत इंपॉर्टेंट क्वेश्चन ने बच्चे, खुद प्रैक्टिस करके देखोगे तो ही पता चलेगा कि इन्हां दी वैल्यू है किद्दां ही निकलदे ने, बहुत ज़्यादा इंपॉर्टेंट ने। सो बेटा कल तो अपनी क्लास दे विच अकाउंट्स दी क्लास दे विच खास करके तुसी ने हमेशा अपनी नोटबुक नाल लेके बैठना, ठीक है, बिना नोटबुक तो नहीं आना। ते आपां क्वेश्चन सॉल्व कराया करांगे क्लास दे विच ही, ठीक है।
हाँ जी बेटा, देखो सब तो पहला ਆਪਾਂ ਲਿਖਾਂਗੇ ਓਪਨਿੰਗ ਸਟਾਕ, ਦੈਨ ਪਰਚੇਜ਼ ਦੇ ਵਿੱਚੋਂ ਪਰਚੇਜ਼ ਰਿਟਰਨ ਲੈਸ ਕਰਕੇ ਲਿਖਾਂਗੇ, ਦੈਨ ਸੇਲ ਇਹ ਕ੍ਰੈਡਿਟ ਸਾਈਡ ਜਾਏਗੀ, ਸੇਲਸ ਰਿਟਰਨ ਇਹ ਵੀ ਕ੍ਰੈਡਿਟ ਸਾਈਡ ਜਾਏਗਾ, ਤੇ ਆਪਾਂ ਇਹਨਾਂ ਨੂੰ ਨਾ ਬਾਕਸ ਤੋਂ ਬਾਹਰ ਹੀ ਰੇਜ਼ ਕਰਾਂਗੇ, ਇੱਕ ਲੈਸ ਕਰਾਂਗੇ। ਆ ਗੱਲ ਇੱਕ ਚੀਜ਼ ਦਾ ਧਿਆਨ ਦਿਓ, ਦੇਖੋ ਜਿਹੜਾ ਪਰਚੇਜ਼ ਰਿਟਰਨ ਤੇ ਸੇਲ ਰਿਟਰਨ ਹੈ ਨਾ, ਇਹ ਤੁਸੀਂ ਨੇ ਅਮਾਊਂਟ ਤੋਂ ਬਾਹਰਲੀ ਸਾਈਡ ਇਹਨਾਂ ਦਾ ਐਡ ਲੈਸ ਜੋ ਵੀ ਉਹ ਕਰਨਾ ਹੈ, ਤੇ ਫਿਰ ਐਕਚੁਅਲ ਫਿਗਰ ਲੈ ਕੇ ਆਉਣੀ ਹੈ, ਠੀਕ ਹੈ, ਉੱਥੇ ਆਪਣਾ ਮੇਨ ਫਾਰਮੈਟ ਦੇ ਵਿੱਚ। ਉਸ ਤੋਂ ਬਾਅਦ ਦੇਖੋ ਬੇਟਾ, ਫਿਰ ਆ ਗਿਆ ਆਪਣੇ ਕੋਲ ਕੈਰੀਜ਼ ਔਨ ਸੇਲ। ਹੁਣ ਜਿਹੜਾ ਕੈਰੀਜ਼ ਔਨ ਸੇਲ ਹੈ, ਇਹ ਕੋਈ ਰਿਟਰਨ ਨਹੀਂ ਹੈਗਾ, ਇਹ ਕੀ ਹੈ, ਇਹ ਤਾਂ ਇੱਕ ਖਰਚਾ ਹੈ, ਠੀਕ ਹੈ। ਕੈਰੀਜ਼ ਔਨ ਸੇਲ ਫੈਕਟਰੀ ਰੈਂਟ, ਆਫਿਸ ਰੈਂਟ ਵੀ ਆਪਣਾ ਇਨਡਾਇਰੈਕਟ ਆ ਗਿਆ, ਠੀਕ ਹੈ। ਸੋ ਹਾਂਜੀ ਬੱਚੇ, ਹੁਣ ਤੁਸੀਂ ਆਪਣਾ ਮੈਚ ਕਰੋ ਇਹਦੇ ਨਾਲ ਕੁਐਸਚਨ। ਸਭ ਤੋਂ ਪਹਿਲਾਂ ਆਪਾਂ ਸੇਲਸ ਲਈਆਂ, ਠੀਕ ਹੈ। ਸੇਲ ਦੇ ਵਿੱਚੋਂ ਰਿਟਰਨ ਲੈਸ ਕਰਕੇ ਆਪਣੇ ਕੋਲ ਕਿੰਨੀ ਅਮਾਊਂਟ ਬਚੀ, 7,20,000। ਓਪਨਿੰਗ ਸਟਾਕ ਕੀ ਹੈ, 60,000 ਦਾ। ਪਰਚੇਜ਼ ਹੈਗੀ ਹੈ ਆਪਣੇ ਕੋਲ 3 ਲੱਖ, ਤੇ ਆਲਰੇਡੀ ਜਿਹੜੀ ਰਿਟਰਨ ਹੈ ਉਹ ਕਿੰਨੀ ਹੈ, 18,000। ਸੋ ਰਿਟਰਨ ਨੂੰ ਆਪਾਂ ਲੈਸ ਕਰ ਦਾਂਗੇ, ਠੀਕ ਹੈ। ਸੋ ਬਾਕੀ ਜਿਹੜੀ ਅਮਾਊਂਟ ਬਚੀ ਉਹ ਆਪਣੇ ਕੋਲ ਨੈਟ ਪਰਚੇਜ਼ ਦੀ ਆ ਗਈ। ਉਸ ਤੋਂ ਬਾਅਦ ਹੈਗਾ ਕੈਰੀਜ਼ ਔਨ ਪਰਚੇਜ਼। ਕੈਰੀਜ਼ ਔਨ ਪਰਚੇਜ਼ ਜਿਹੜੀ ਹੈਗੀ ਆ ਬੇਟਾ, ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਵੀ ਕੈਰੀਜ਼ ਜਿਹੜਾ ਖਰਚਾ ਪਰਚੇਜ਼ ਨਾਲ ਰਿਲੇਟਡ ਹੈ, ਉਹਨੂੰ ਆਪਾਂ ਕੀ ਕਰਨਾ ਹੈ, ਉਹਨੂੰ ਟ੍ਰੇਡਿੰਗ ਪ੍ਰੋਫਿਟ ਟ੍ਰੇਡਿੰਗ ਅਕਾਊਂਟ 'ਚ ਲੈ ਕੇ ਜਾਣਾ ਹੈ। ਬਟ ਜਿਹੜਾ ਕੋਈ ਇਸ ਤੋਂ ਬਿਨਾਂ ਕੋਈ ਸੇਲ ਦੀ ਕੈਰੀਜ਼ ਆ ਗਈ, ਜਾਂ ਫਿਰ ਸੇਲ ਦੇ ਉੱਪਰ ਕੋਈ ਵੀ ਖਰਚਾ ਆ ਗਿਆ, ਉਹ ਸਾਰਾ ਪ੍ਰੋਫਿਟ ਐਂਡ ਲਾਸ 'ਚ ਜਾਏਗਾ। ਉਸ ਤੋਂ ਬਾਅਦ ਬੇਟਾ ਕੈਰੀਜ਼ ਔਨ ਪਰਚੇਜ਼ ਵੀ ਆ ਗਿਆ, ਰੈਂਟ ਵੀ ਆ ਗਿਆ, ਡੌਕ ਐਂਡ ਕਲੀਅਰਿੰਗ ਚਾਰजेस। ਡੌਕ ਮਤਲਬ ਜਿੱਦਾਂ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਜਾਂਦੀਆਂ ਨੇ ਬੱਸਿਸ ਸੌਰੀ, ਜਿਹੜੇ ਹੁੰਦੇ ਆ ਵਹੀਕਲ ਜਿਹਦੇ ਉੱਪਰ ਸਮਾਨ ਆਪਣਾ ਲੋਡ ਕੀਤਾ ਹੁੰਦਾ ਹੈ, ਤਾਂ ਉੱਥੇ ਉਹਨਾਂ ਨੂੰ ਚੁੰਗੀ ਵਗੈਰਾ ਕਟਾਣੀ ਪੈਂਦੀ ਹੈ, ਤਾਂ ਉਹਨੂੰ ਕੀ ਬੋਲਿਆ ਜਾਂਦਾ ਆਪਣਾ, ਡੌਕ। ਫਰੇਟ ਐਂਡ ਆਕਟਰਾਈ ਇਹ ਵੀ ਉਹਨਾਂ ਦੇ ਵਿੱਚ ਹੀ ਆ ਜਾਂਦੇ ਆ। ਕੋਲ, ਗੈਸ ਐਂਡ ਵਾਟਰ ਇਹ ਵੀ ਆਪਣਾ ਕਿੱਥੇ ਆਉਂਦਾ ਹੈ, ਇਹ ਡਾਇਰੈਕਟ ਐਕਸਪੈਂਸਿਸ ਦੇ ਵਿੱਚ ਆਉਂਦਾ ਹੈ। ਟ੍ਰੇਡਿੰਗ ਅਕਾਊਂਟ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਆਪਾਂ ਮੈਂਸ਼ਨ ਕਰਾਂਗੇ, ਠੀਕ ਹੈ ਬੇਟਾ। ਸੋ ਇਹ ਆ ਗਈ ਆਪਣੇ ਕੋਲੇ ਅਮਾਊਂਟ। ਟੋਟਲ ਗ੍ਰੋਸ ਪ੍ਰੋਫਿਟ ਹੁਣ ਸੇਲ ਨੇ ਜਿਹੜੀਆਂ ਜ਼ਿਆਦਾ ਨੇ ਕਿਹਦੇ ਨਾਲੋਂ, ਐਕਸਪੈਂਸਿਸ ਦੇ ਨਾਲੋਂ, ਤਾਂ ਆਪਣੇ ਕੋਲ ਕੀ ਆ ਗਿਆ, ਗ੍ਰੋਸ ਪ੍ਰੋਫਿਟ ਐਟ ਦਾ ਐਂਡ ਆਫ ਦਾ ਈਅਰ ਸਾਨੂੰ ਮਿਲ ਗਿਆ, ਠੀਕ ਹੈ ਬੇਟਾ। बेटा किने किने करके देखिए से क्वेश्चन है, हैंड रेज करो। नवदीप ओके, सनमप्रीत सही है बेटा, ठीक है, ओके गुड, ठीक है बेटा। जे कोई मिस्टेक हुई है तो तुसी पुछ सकते हो। ਆਪਾਂ ਲੈਕਚਰ ਦੇ ਐਂਡ ਤੇ 10 ਮਿੰਟਸ ਹੈ ਜਿਹੜੀ ਉਹ ਡਿਸਕਸ਼ਨ ਕਰਾਂਗੇ ਇਹਦੀ। ਕੋਈ ਵੀ ਚੀਜ਼ ਪੁੱਛਣ ਵਾਲੀ ਹੋਊਗੀ ਤੁਸੀਂ ਐਂਡ ਤੇ ਜਾ ਕੇ ਉਹਨੂੰ ਪੁੱਛ ਸਕਦੇ ਹੋ ਮੇਰੇ ਤੋਂ, ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਬੇਟਾ ਆਪਣੇ ਕੋਲ ਇੱਕ ਹੋਰ ਕੁਐਸਚਨ ਹੈ, ਇਸ ਦੇ ਵਿੱਚ ਲਿਖਿਆ ਹੈ ਫਰੋਮ ਦ ਫੋਲੋਇੰਗ ਇਨਫੋਰਮੇਸ਼ਨ ਪ੍ਰਿਪੇਅਰ ਅ ਪ੍ਰੋਫਿਟ ਐਂਡ ਲਾਸ ਅਕਾਊਂਟ ਫॉर द ईयर एंडिंग 31 मार्च 2017। ਗ੍ਰੋਸ ਪ੍ਰੋਫਿਟ ਗਿਵਨ ਹੈ ਬੇਟਾ। ਦੇਖੋ ਹੁਣ ਇਹਦੇ ਵਿੱਚ ਇਹਨਾਂ ਨੇ ਆਪਾਂ ਨੂੰ ਕਲੀਅਰਲੀ ਮੈਂਸ਼ਨ ਕੀਤਾ ਕਿ ਤੁਸੀਂ ਨੇ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਉਣਾ, ਠੀਕ ਹੈ ਜੀ। ਓਕੇ, ਤਾਂ ਫਿਰ ਆਪਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਨੂੰ ਹੀ ਲੈ ਕੇ ਚੱਲਣਾ ਹੁਣ, ਠੀਕ ਹੈ। ਤਾਂ ਇੱਥੇ ਕਲੀਅਰਲੀ ਕੁਐਸਚਨ ਦੇ ਵਿੱਚ ਜਿਹੜੀ ਚੀਜ਼ ਸਾਨੂੰ ਫਾਈਂਡ ਆਊਟ ਕਰਨ ਲਈ ਕਹੀ ਗਈ ਹੋਊਗੀ, ਆਪਾਂ ਨੇ ਉਹਦੇ ਅਕੋਰਡਿੰਗ ਹੀ ਚੱਲਣਾ ਹੈ, ਕਿਧਰੇ ਹੋਰ ਨਹੀਂ ਜਾਣਾ। ਸਭ ਤੋਂ ਪਹਿਲਾਂ ਗ੍ਰੋਸ ਪ੍ਰੋਫਿਟ। ਹੁਣ ਬੇਟਾ ਗ੍ਰੋਸ ਪ੍ਰੋਫਿਟ ਜਦੋਂ ਆਪਾਂ ਟ੍ਰੇਡਿੰਗ ਅਕਾਊਂਟ ਬਣਾਇਆ ਸੀਗਾ, ਤਾਂ ਉੱਥੇ ਦਾ ਕ੍ਰੈਡਿਟ ਸਾਈਡ ਡੈਬਿਟ ਸਾਈਡ ਸ਼ੁਰੂ ਹੋ ਰਿਹਾ ਸੀਗਾ। ਬਟ ਜਦੋਂ ਆਪਾਂ ਨੇ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਉਣਾ, ਤਾਂ ਇਹ ਉਹ ਗ੍ਰੋਸ ਪ੍ਰੋਫਿਟ ਇੱਧਰਲੀ ਸਾਈਡ ਤੋਂ ਡੈਬਿਟ ਵਾਲੀ ਸਾਈਡ ਤੋਂ ਕ੍ਰੈਡਿਟ ਵਾਲੀ ਸਾਈਡ ਸ਼ੋ ਹੋ ਜਾਏਗਾ, ਠੀਕ ਹੈ ਜੀ। ਗ੍ਰੋਸ ਪ੍ਰੋਫਿਟ ਰੈਂਟ ਕੀ ਹੈ, ਐਕਸਪੈਂਸਿਸ ਜਿਹੜੀ ਚੀਜ਼ ਆ ਰਹੀ ਹੈ ਆਪਾਂ ਉਹਨਾਂ ਨੂੰ ਪਾਉਂਦੇ ਜਾਂਦੇ ਹਾਂ। ਉਦੋਂ ਬਾਅਦ ਹੈਗਾ ਸੈਲਰੀਜ਼। ਸੈਲਰੀਜ਼ ਕੀ ਨੇ ਜੀ, ਇਹ ਵੀ ਖਰਚਾ ਆਪਣਾ, ਇਹ ਵੀ ਆ ਗਿਆ, ਠੀਕ ਹੈ। ਉਦੋਂ ਬਾਅਦ ਕਮਿਸ਼ਨ ਪੇਡ ਵੀ ਇੱਕ ਐਕਸਪੈਂਸ ਹੈ, ਇਹ ਵੀ ਕਿੱਥੇ ਜਾਏਗਾ, ਇਹ ਵੀ ਡੈਬਿਟ ਸਾਈਡ ਜਾਏਗਾ, ਠੀਕ ਹੈ ਜੀ, ਆ ਗਿਆ। ਉਸ ਤੋਂ ਬਾਅਦ ਇੰਟਰਸਟ ਪੇਡ ਔਨ ਲੋਨ। ਹੁਣ ਇੰਟਰਸਟ ਜਿਹੜੀ ਚੀਜ਼ ਪੇਡ ਆ ਗਈ ਰਾਜੇ, ਉਹ ਕੀ ਹੈ ਆਪਣੇ ਲਈ, ਐਕਸਪੈਂਸ ਆ ਗਿਆ। ਕੋਈ ਵੀ ਚੀਜ਼ ਪੇਡ ਹੈ ਤਾਂ ਉਹ ਬਿਜ਼ਨਸ ਲਈ ਐਕਸਪੈਂਸ ਹੈ, ਤਾਂ ਉਹ ਵੀ ਆਪਾਂ ਇੱਥੇ ਸ਼ੋ ਕਰਦਾ। ਉਸ ਤੋਂ ਬਾਅਦ ਆ ਗਿਆ ਐਡਵਰਟਾਈਜ਼ਿੰਗ, ਇਹ ਵੀ ਇੱਕ ਆਪਣੇ ਲਈ ਇੰਡਾਇਰੈਕਟ ਐਕਸਪੈਂਸ ਹੈ, ਇਹ ਵੀ ਮੈਂਸ਼ਨ ਕਰਤਾ ਆਪਾਂ ਨੇ, ਠੀਕ ਹੈ। ਉਸ ਤੋਂ ਬਾਅਦ ਡਿਸਕਾਊਂਟ ਰਿਸੀਵਡ। ਡਿਸਕਾਊਂਟ ਰਿਸੀਵ ਜਿਹੜੀ ਚੀਜ਼ ਰਿਸੀਵ ਹੋ ਰਹੀ ਹੈ ਬਿਜ਼ਨਸ ਦੇ ਵਿੱਚ, ਉਹ ਬਿਜ਼ਨਸ ਦੀ ਕੀ ਹੈ, ਇਨਕਮ, ਉਹਨੂੰ ਆਪਾਂ ਕ੍ਰੈਡਿਟ ਸਾਈਡ ਪਤਾ। ਜੋ ਚੀਜ਼ ਆਈ ਜਾ ਰਹੀ ਹੈ ਉਹਨੂੰ ਉਸ ਅਕੋਰਡਿੰਗ ਆਪਾਂ ਪਾਈ ਜਾ ਰਹੇ ਹਾਂ, ਠੀਕ ਹੈ। ਪ੍ਰਿੰਟਿੰਗ ਐਂਡ ਸਟੇਸ਼ਨਰੀ ਇਹ ਵੀ ਐਕਸਪੈਂਸਿਸ ਨੇ ਰਾਜੇ, ਇਹ ਵੀ
कितने आगे अपने कोले शो होंगे डेबिट साइड। लीगल चार्जेस दीज आर आल्सो एक्सपेंसिस वी पुट दैम ऑन द डेबिट साइड। ठीक है जी। बैड डेट्स ये भी डेबिट साइड शो होंगे। डेप्रीशिएशन भी डेबिट साइड शो होगी। इंटरस्ट रिसीव हुण इत्थे भी इंटरस्ट रिसीव आ गया बेटा। ठीक है, तो इंटरस्ट रिसीव की जिहड़ी की अपनी इनकम है उन्होंने क्रेडिट साइड शो करांगे। सो इनकम दी सिर्फ 3 आइटम्स ने ते एक आ गया लॉस बाय फायर। हुण जो फायर दे नाल लॉस होया जिहड़ा ਉਹ ਕੀ ਹੋਊਗਾ ਉਹ ਵੀ ਆਪਾਂ ਕਿਹੜੀ ਸਾਈਡ ਸ਼ੋ ਕਰਾਂਗੇ ਆਪਾਂ ਡੈਬਿਟ ਸਾਈਡ ਸ਼ੋ ਕਰਾਂਗੇ। ਠੀਕ ਹੈ ਜੀ। ਹੁਣ ਡੈਬਿਟ ਸਾਈਡ ਕੀ ਆਪਾਂ ਲੈ ਲਿਆ ਬੈਡ ਡੈਟਸ ਆ ਗਏ ਆਪਣੇ ਕੋਲੇ ਡੈਪਰੀਸ਼ੀਏਸ਼ਨ ਆ ਗਈ ਲੋਸ ਬਾਈ ਫਾਇਰ ਆ ਗਿਆ। ਹੁਣ ਕ੍ਰੈਡਿਟ ਸਾਈਡ ਦੇ ਵਿੱਚੋਂ ਡੈਬਿਟ ਸਾਈਡ ਨੂੰ ਜਦੋਂ ਲੈਸ ਕਰਿਆ ਸਾਰੀ ਨੂੰ ਤਾਂ ਆਪਣੇ ਕੋਲ ਕੀ ਬਚ ਕੇ ਆ ਗਿਆ 18,000 ਰੁਪਏ ਦਾ ਪ੍ਰੋਫਿਟ ਆ ਗਿਆ। ਕਲੀਅਰ ਹੈ ਬੇਟਾ। ठीक है जी 18,000 रुपये का जो प्रॉफिट है वो अपने को आ गया क्रेडिट साइड के विचों। डेबिट साइड है जी आप शो माइनस की। ओके नैक्सट है बेटा अपना टॉपिक कॉस्ट ऑफ गुड्स सोल्ड एंड क्लोजिंग स्टॉक। कॉस्ट ऑफ गुड्स सोल्ड की हुंदा ते क्लोजिंग स्टॉक की हुंदा। The trading and profit and loss account prepared in figure 9.3 okay जी and useful information is as to be profitably from basic operation of the business enterprise. It is reproduced for further per perusal further perusal। ठीक है जी। तो ट्रेडिंग प्रॉफिट एंड लॉस ट्रेडिंग अकाउंट दे रखे बेटा इस अपने को 3 चीज़ां नेगियां डेबिट साइड ते और एक सेल है कली क्रेडिट साइड। हाँ जी कॉस्ट ऑफ गुड्स सोल्ड ਨੂੰ फाइंड आउट ਕਰਨ ਦਾ ਤਰੀਕਾ ਦੇਖੋ ਤੋਂ ਪਹਿਲਾਂ ਤਾਂ cost of goods sold is equal to purchase plus direct expenses। ਜਿੰਨੇ ਦੀ ਵੀ ਤੁਹਾਡੀ ਪਰਚੇਜ਼ ਹੈ ਤੇ ਠੀਕ ਹੈ ਜਿੰਨੇ ਦੇ ਤੁਹਾਡੇ ਡਾਇਰੈਕਟ ਐਕਸਪੈਂਸਿਸ ਨੇਗੇ ਉਹਨੂੰ ਤੁਸੀਂ ਨੇ ਕੀ ਕਰਨਾ ਹੈ ਲੈਣਾ ਹੈ ਪਰਚੇਜ਼ ਪਲੱਸ ਡਾਇਰੈਕਟ ਐਕਸਪੈਂਸਿਸ। ਠੀਕ ਹੈ परचेज प्लस डायरेक्ट एक्सपेंसिस। सो इत्थे जिहड़ा अपना हुण परचेज हुण कॉस्ट ऑफ गुड्स सोल्ड ने जिहड़े उहनूं फाइंड आउट करन दा एक तरीका होर भी की है परचेज प्लस डायरेक्ट एक्सपेंसिस माइनस क्लोजिंग स्टॉक। ठीक है जी। क्लोजिंग स्टॉक जे कोई गिवन है तो तुसीं उहनूं लैस कर सकते हो। ठीक है ठीक है जी। सो ये हुंदा अपने कोल मैथड कॉस्ट ऑफ गुड्स सोल्ड फाइंड आउट करन दा। ठीक है जी। सो बेटा तुसी अपनी NCERT बुक ओपन करो तो अज दे लई जिहड़े तुहानूं क्वेश्चन मैं दे रही हाँ वो तुसी ने सॉल्व करने ने सारे बच्चों ने। हाँ जी तुसी बेटा क्वेश्चन करने ने फस्ट हाँ जी क्वेश्चन नंबर 1 2 3 4 5 6 7 8 9 10 फस्ट 10 क्वेश्चन करने ने बेटा अपने आप सारे स्टूडेंट्स ने। तुहाडी जिहड़ी डायरी है कल दी इस दे विच तुसी ने ठीक है फस्ट 10 क्वेश्चन फ्रॉम NCERT बुक। ठीक है फस्ट 10 क्वेश्चंस डायरी नोट कर लो बेटा कल दी। Chapter 9 Financial
statement, financial statements 1 to 10, 1 to 10, solve numerical. ठीक है राजी। सो ये ਤੁਹਾਡੀ डायरी है, डायरी +1 कॉमर्स अकाउंट चैप्टर 9 फाइनेंशियल स्टेटमेंट पार्ट 1। ठीक है, इस दे फर्स्ट 10 क्वेश्चंस ने ਜਿਹੜੇ बेटा सॉल्व करने तुसने किथों NCERT बुक। ठीक है, ये ना सोचो भी पता नहीं कितों पाए ने मैम ने। NCERT बुक्स ਤੁਹਾਡੇ ਸਾਰੇ ਕੋਲ ਹੈਗੀਆਂ ਨੇ, ਉਹਦੇ ਵਿੱਚੋਂ ਕਰਨੇ ਨੇ फर्स्ट 10 क्वेश्चन। पहला रफ नोटबुक से करने ने फिर जो सही आ गए सारे आंसर जो सही आ रहे हैं ਉਹਨੂੰ ਤੁਸੀਂ फाइनल ਤੇ कर सकते हो। ठीक है, ओके क्लास, दिस इज योर डायरी। बेटा नोट कर ली सभी बच्चों ने डायरी? ओके, थम्स अप कर दो जिसने डायरी है अपनी वो नोट कर ली है। ओके, ओके बेटा मैं आपकी अटेंडेंस लगा दूं। सनमप्रीत +1 कॉमर्स, सनमप्रीत, अंबरजीत, जतेश, लखविंदर, नवदीप, रिद्धिमा, रोमनप्रीत, सिमरनप्रीत, 383 ID। ठीक है बेटा, एनी अदर स्टूडेंट? हाँ जी बेटा, हुण मैंने ये दसो 1 बाय 1 कि चैप्टर दे विचों सारा कुछ समझ आया या कोई प्रॉब्लम लगी है इहदे विच हुण तक जिन्ना भी आपां कीता है? अनम्यूट करके दसो। बोलो बेटा। हाँ जी, अनम्यूट करो बेटा, दसो। क्लास, आर यू लिसनिंग मी? हेलो बेटा। हाँ जी रिद्धिमा, बच्चे समझ आया? अनम्यूट करो। मैम नवदीप समझ आया बेटा आज की क्लास का? यस मैम। ओके, जतेश? यस मैम। बेटा क्वेश्चन सर्व नहीं करने ने कंप्लीट। ठीक है, ध्यान नाल जे कोई प्रॉब्लम आती है तो आप क्लास डिस्कस करेंगे। लखविंदर, सनम, सिमरनप्रीत, बेटा सबनों समझ आ गया ना जो भी किया आप? ठीक है, सो ध्यान नाल सारे तुसीं ने करने ने क्वेश्चन समझ के करना। ठीक है बेटा, ओके ओके मैम। Okay class, thank you for attending the class. See you in next class.